ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਿਤ 22 ਵਾਰਾਂ ਦੇ ਵਿੱਚੋਂ 9 ਵਾਰਾਂ ਦੀਆਂ ਧੁਨਾਂ ਦੀ ਜਾਣਕਾਰੀ ਪ੍ਰਾਪਤ ਕਰ ਰਹੇ ਹਾਂ। ਸੋ ਅੱਜ ਆਪਾਂ ਇਹਨਾਂ 9 ਵਾਰਾਂ ਦੇ ਵਿੱਚੋਂ 9ਵੀਂ ਅਤੇ ਆਖਰੀ ਵਾਰ ਦੀ ਜਾਣਕਾਰੀ, ਯਾਨੀ ਆਖਰੀ ਧੁਨ ਦੀ, 9ਵੀਂ ਅਤੇ ਆਖਰੀ ਧੁਨ ਦੀ ਜਾਣਕਾਰੀ ਪ੍ਰਾਪਤ ਕਰਾਂਗੇ। ਸੋ 9ਵੀਂ ਅਤੇ ਆਖਰੀ ਧੁਨ ਹੈ ਕਾਨੜੇ ਦੀ ਵਾਰ ਦੀ। ਸੋ ਸੰਗਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1312 1312 ਅੰਗ ਦੇ ਉੱਤੇ ਕਾਨੜੇ ਦੀ ਵਾਰ ਹੈ। ਸੋ ਜੋ ਕਾਨੜੇ ਦੀ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ੁਰੂ ਹੁੰਦੀ ਹੈ, ਉਹ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ। ਕਾਨੜੇ ਕੀ ਵਾਰ ਮਹੱਲਾ ਚੌਥਾ। ਮੂਸੇ ਕੀ ਵਾਰ ਕੀ ਧੁਨੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋ ਸੰਗਤ ਜੀ, ਇਹ ਕਾਨੜੇ ਦੀ ਵਾਰ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ। ਇਸ ਵਾਰ ਵਿੱਚ ਸ਼ਲੋਕ, ਮਹੱਲੇ ਅਤੇ ਪੌੜੀਆਂ ਸਭ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਹੀ ਉਚਾਰਨ ਕੀਤੀਆਂ ਹੋਈਆਂ ਹਨ। ਸੋ ਸੰਗਤ ਜੀ, ਹੁਣ ਆਪਾਂ ਜਾਣਕਾਰੀ ਪ੍ਰਾਪਤ ਕਰਦੇ ਹਾਂ ਕਿ ਇਹ ਮੂਸਾ ਪਠਾਨ ਕੌਣ ਸੀ, ਜਿਸ ਦੇ ਨਾਮ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਾਨੜੇ ਦੀ ਵਾਰ ਨੂੰ ਟਾਈਟਲ ਦਿੱਤਾ ਗਿਆ ਹੈ। ਇਹ ਮੂਸਾ ਪਠਾਨ ਕੌਣ ਸੀ, ਉਸ ਦੀ ਗਾਥਾ ਸੁਣਦੇ ਹਾਂ। ਸੰਗਤ ਜੀ, ਮੂਸਾ ਪਠਾਨ ਸਰੀਰ ਕਰਕੇ ਬਹੁਤ ਵੱਡਾ ਸੂਰਬੀਰ ਯੋਧਾ ਸੀ ਅਤੇ ਦਿਮਾਗੀ ਤੌਰ ਉੱਤੇ ਚੰਗੇ ਵਿਚਾਰਾਂ ਵਾਲਾ ਅਤੇ ਗੁਣਵਾਨ ਵੀ ਸੀ। ਉਹ ਹਰ ਤਰ੍ਹਾਂ ਨਾਲ ਹੀ ਯੋਧਾ ਸੀ, ਜੰਗ ਵਿੱਚ ਵੀ ਅਤੇ ਜੀਵਨ ਵਿੱਚ ਵੀ। ਉਸ ਦੇ ਪਿਤਾ ਇੱਕ ਛੋਟੀ ਜਿਹੀ ਰਿਆਸਤ ਵਿੱਚ ਰਾਜ ਕਰਦੇ ਸਨ। ਮੂਸੇ ਪਠਾਨ ਦੇ ਬਚਪਨ ਵਿੱਚ ਹੀ ਉਸ ਦੇ ਮਾਂ-ਬਾਪ ਦੀ ਮੌਤ ਹੋ ਗਈ ਅਤੇ ਚੰਗੇ ਵਜ਼ੀਰਾਂ ਦੀ ਮਦਦ ਨਾਲ ਮੂਸੇ ਪਠਾਨ ਨੇ ਆਪਣੇ ਪਿਤਾ ਦਾ ਰਾਜਕਾਜ ਸੰਭਾਲ ਲਿਆ। ਜਦੋਂ ਮੂਸਾ ਜਵਾਨ ਹੋਇਆ ਤਾਂ ਉਸ ਦੀ ਮੰਗਣੀ ਕਿਸੇ ਹੋਰ ਰਾਜ ਘਰਾਣੇ ਵਿੱਚ ਹੋ ਗਈ। ਮੂਸੇ ਪਠਾਨ ਦੇ ਕਿਸੇ ਦੁਸ਼ਮਣ ਨੇ ਆਪਣੀ ਦੁਸ਼ਮਣੀ ਕੱਢਣ ਵਾਸਤੇ ਕੁੜੀ ਵਾਲਿਆਂ ਕੋਲ ਚੁਗਲੀ ਕਰ ਦਿੱਤੀ ਕਿ ਮੂਸਾ ਠੀਕ ਨਹੀਂ ਹੈ, ਉਸ ਦਾ ਚਾਲ ਚੱਲਣ ਵੀ ਠੀਕ ਨਹੀਂ ਹੈ। ਜੇ ਤੁਸੀਂ ਉੱਥੇ ਕੁੜੀ ਵਿਆਹ ਦਿੱਤੀ ਤਾਂ ਤੁਹਾਡੀ ਕੁੜੀ ਬਹੁਤ ਤੰਗ ਹੋਵੇਗੀ। ਇਹ ਗੱਲ ਸੁਣ ਕੇ ਕੁੜੀ ਦੇ ਮਾਪਿਆਂ ਨੇ ਆਪਣੀ ਬੱਚੀ ਕਿਸੇ ਹੋਰ ਰਾਜੇ ਨਾਲ ਵਿਆਹ ਦਿੱਤੀ, ਜੋ ਮੂਸੇ ਨਾਲ ਦੁਸ਼ਮਣੀ ਰੱਖਦਾ ਸੀ। ਕਈ ਦਿਨਾਂ ਬਾਅਦ ਜਦ ਮੂਸੇ ਨੂੰ ਪਤਾ ਲੱਗਾ ਕਿ ਮੇਰੀ ਮੰਗ ਮੇਰਾ ਦੁਸ਼ਮਣ ਰਾਜਾ ਵਿਆਹ ਕੇ ਲੈ ਗਿਆ, ਤਾਂ ਮੂਸੇ ਪਠਾਨ ਨੇ ਭਾਰੀ ਫੌਜਾਂ ਲੈ ਕੇ ਉਸ ਰਾਜੇ ਨਾਲ ਜੰਗ ਸ਼ੁਰੂ ਕਰ ਦਿੱਤੀ, ਜਿਸ ਵਿੱਚ ਮੂਸਾ ਜਿੱਤ ਗਿਆ ਅਤੇ ਉਸਨੇ ਦੁਸ਼ਮਣ ਰਾਜੇ ਨੂੰ ਫੜ ਕੇ ਕੈਦ ਵਿੱਚ ਪਾ ਦਿੱਤਾ ਅਤੇ ਆਪਣੀ ਮੰਗੇਤਰ ਇਸਤਰੀ ਨੂੰ ਆਪਣੇ ਘਰ ਲੈ ਆਇਆ। ਫਿਰ ਮੂਸੇ ਨੇ ਉਸ ਮੰਗੇਤਰ ਇਸਤਰੀ ਨੂੰ ਆਪਣੇ ਕੋਲੇ ਬਿਠਾ ਕੇ ਪੁੱਛਿਆ ਕਿ ਤੇਰਾ ਕੀ ਖਿਆਲ ਹੈ, ਤੂੰ ਮੇਰੇ ਘਰ ਰਹਿਣਾ ਚਾਹੁੰਦੀ ਹੈ ਜਾਂ ਫਿਰ ਉਸ ਰਾਜੇ ਦੇ ਘਰ ਰਹਿਣਾ ਚਾਹੁੰਦੀ ਹੈ ਜਿੱਥੋਂ ਤੈਨੂੰ ਮੈਂ ਲੈ ਕੇ ਆਇਆ। ਉਸ ਨੇਕ ਅਤੇ ਧਰਮ ਵਾਲੀ ਔਰਤ ਨੇ ਕਿਹਾ ਕਿ ਮੇਰੇ ਮਾਪਿਆਂ ਨੇ ਮੈਨੂੰ ਜਿੱਥੇ ਇੱਕ ਵਾਰ ਵਿਆਹ ਦਿੱਤਾ ਹੈ, ਮੇਰੇ ਲਈ ਉਹ ਹੀ ਠੀਕ ਹੈ। ਜੇ ਮੈਂ ਦੂਜੀ ਜਗ੍ਹਾ ਬੈਠਦੀ ਹਾਂ ਤਾਂ ਮੈਂ ਆਪਣੇ ਧਰਮ ਤੋਂ ਪਤਿਤ ਹੁੰਦੀ ਹਾਂ। ਆਪ ਕਿਰਪਾ ਕਰੋ ਅਤੇ ਮੇਰਾ ਧਰਮ ਬਣਿਆ ਰਹਿਣ ਦਿਓ। ਮੂਸਾ ਪਠਾਨ ਇਹ ਗੱਲ ਸੁਣ ਕੇ ਉਸ ਇਸਤਰੀ ਦੀ ਗੱਲ ਦੇ ਨਾਲ ਸਹਿਮਤ ਹੋ ਗਿਆ ਅਤੇ ਇਸਤਰੀ ਦੀ ਮਰਜ਼ੀ ਅਨੁਸਾਰ ਉਸ ਦੇ ਪਤੀ ਨੂੰ ਕੈਦ ਵਿੱਚੋਂ ਬੁਲਾ ਕੇ ਦੋਹਾਂ ਨੂੰ ਸਨਮਾਨ ਸਹਿਤ ਵਿਦਾ ਕਰ ਦਿੱਤਾ।
ਤਾਂ ਫਿਰ ਮੂਸੇ ਦੀ ਇਸ ਬਹਾਦਰੀ ਉੱਪਰ ਉਸ ਸਮੇਂ ਦੇ ਢਾਡੀਆਂ ਕਵੀਆਂ ਨੇ ਕਈ ਤਰ੍ਹਾਂ ਦੇ ਗੀਤ ਅਤੇ ਵਾਰਾਂ ਬਣਾਈਆਂ। ਉਹਨਾਂ ਵਾਰਾਂ ਵਿੱਚੋਂ ਇੱਕ ਵਾਰ ਇਸ ਤਰ੍ਹਾਂ ਹੈ, 360 ਮਰਾਤਬਾ। ਮਰਾਤਬਾ ਕਹਿੰਦੇ ਮਰਬਿਆਂ ਨੂੰ, ਜ਼ਮੀਨ ਦੇ ਕਿੱਲਿਆਂ ਨੂੰ। ਮਰਾਤਬਾ ਉਸ ਦੀ ਸ਼ੋਹਰਤ, ਉਸ ਦੀ ਪ੍ਰੋਪਰਟੀ। 360 ਮਰਾਤਬਾ, 360 ਮੁਰੱਬੇ। ਜਿਵੇਂ ਆਪਣੇ ਪੰਜਾਬ ਵਿੱਚ ਕਿੱਲੇ ਹੁੰਦੇ ਆ, ਵੱਡੇ ਹੁੰਦੇ, ਰਾਜਸਥਾਨ ਦੇ ਕਿੱਲੇ ਛੋਟੇ ਹੁੰਦੇ, ਏਕੜ ਜਿਹੜਾ ਉਹ ਛੋਟਾ ਹੁੰਦਾ, ਪੰਜਾਬ ਦਾ ਏਕੜ ਵੱਡਾ ਹੈ। ਸੋ 360 ਮਰਾਤਬਾ, ਇੱਕ ਘੁਰਿਆ ਡੱਗੇ, ਚੜਿਆ ਮੂਸਾ ਪਾਤਸ਼ਾਹ, ਸਭ ਸੁਣਿਆ ਜੱਗੇ। 360 ਮਰਾਤਬਾ, ਇੱਕ ਘੁਰਿਆ ਡੱਗੇ, ਚੜਿਆ ਮੂਸਾ ਪਾਤਸ਼ਾਹ, ਸਭ ਸੁਣਿਆ ਜੱਗੇ। ਦੰਦ ਚਿੱਟੇ ਵੱਢ ਹਾਥੀਆਂ, ਕੋਕਿਤ ਵਰਗੇ। ਰੁੱਤ ਪਛਾਤੀ ਬਗਲਿਆਂ, ਘਟਾ ਕਾਲੀ ਬੱਗੇ। ਇਹੀ ਕੀਤੀ ਮੂਸਿਆ, ਕਿਨ ਕਰੀ ਨਾ ਅੱਗੇ। ਇਹੀ ਕੀਤੀ ਮੂਸਿਆ, ਕਿਨ ਕਰੀ ਨਾ ਅੱਗੇ। ਇਸ ਦਾ ਮਤਲਬ ਕਿ ਹੇ ਮੂਸਿਆ, ਤੂੰ ਇੰਨੀ ਵੱਡੀ ਗੱਲ ਕੀਤੀ ਹੈ ਕਿ ਅੱਜ ਤੱਕ ਕਿਸੇ ਨੇ ਕੀਤੀ ਨਹੀਂ। ਸੋ ਸੰਗਤ ਜੀ, ਜਦੋਂ ਇਹ ਪੌੜੀ ਢਾਡੀਆਂ ਨੇ ਅਕਾਲ ਤਖ਼ਤ ਦੇ ਹੇਠ ਖੜੇ ਹੋ ਕੇ ਛੇਵੇਂ ਪਾਤਸ਼ਾਹ ਜੀ ਨੂੰ ਸੁਣਾਈ, ਤਾਂ ਛੇਵੇਂ ਪਾਤਸ਼ਾਹ ਜੀ ਨੇ ਪ੍ਰਸੰਨਤਾ ਵਿੱਚ ਆ ਕੇ ਭਾਈ ਗੁਰਦਾਸ ਜੀ ਪਾਸੋਂ ਮੂਸੇ ਕੀ ਵਾਰ ਕੀ ਧੁਨੀ ਵਾਲੇ ਅੱਖਰ, ਭਾਈ ਗੁਰਦਾਸ ਜੀ ਪਾਸੋਂ ਮੂਸੇ ਕੀ ਵਾਰ ਕੀ ਧੁਨੀ ਵਾਲੇ ਅੱਖਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਾ ਦਿੱਤੇ। ਭਾਈ ਗੁਰਦਾਸ ਜੀ ਪਾਸੋਂ। ਅਤੇ ਰਾਗੀਆਂ ਨੂੰ ਹੁਕਮ ਕੀਤਾ ਕਿ ਜਿਵੇਂ ਮੂਸੇ ਪਠਾਨ ਦੀ ਪੌੜੀ ਢਾਡੀਆਂ ਨੇ ਗਾਈ ਹੈ, ਉਸ ਤਰ੍ਹਾਂ ਤੁਸੀਂ ਵੀ ਕਾਨੜੇ ਦੀ ਵਾਰ ਦੀਆਂ ਪੌੜੀਆਂ ਗਾਇਨ ਕਰਨੀਆਂ। ਸੋ ਕਾਨੜੇ ਦੀ ਵਾਰ ਦੀ ਪਹਿਲੀ ਪੌੜੀ ਇਸ ਪ੍ਰਕਾਰ ਹੈ, ਤੂੰ ਆਪੇ ਹੀ ਸਿਧ ਸਾਧਕੋ, ਤੂੰ ਆਪੇ ਹੀ ਜੁਗ ਜੋਗੀਆ, ਤੂੰ ਆਪੇ ਹੀ ਰਸ ਰਸਿਆੜਾ, ਤੂੰ ਆਪੇ ਹੀ ਭੋਗ ਭੋਗੀਆ। ਤੂੰ ਆਪੇ ਆਪ ਵਰਤਦਾ, ਤੂੰ ਆਪੇ ਕਰੇ ਸੁਹੋਗੀਆ। ਸਤ ਸੰਗਤ ਸਤਿਗੁਰ ਧਨ ਧਨੋ, ਧਨ ਧਨ ਧਨੋ, ਜਿਤ ਮਿਲ ਹਰ ਬੁਲਗ ਬਲੋਗੀਆ। ਸਭ ਕਹੋ ਮੁਖੋ ਹਰ ਹਰ ਹਰੇ, ਹਰ ਹਰ ਹਰੇ। ਹਰ ਬੋਲਤ ਸਭ ਪਾਪ ਲਹੋਗੀਆ, ਹਰ ਬੋਲਤ ਸਭ ਪਾਪ ਲਹੋਗੀਆ। ਸੰਗਤ ਜੀ, ਇਸ ਵਿੱਚ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਜਿਵੇਂ ਮੂਸੇ ਪਠਾਨ ਦੀ ਪੌੜੀ ਦੀਆਂ 5 ਪੰਗਤੀਆਂ ਹਨ, ਉਸੇ ਤਰ੍ਹਾਂ ਹੀ ਕਾਨੜੇ ਦੀ ਵਾਰ ਦੀ ਜੋ ਪੌੜੀਆਂ ਹਨ, ਸਾਰੀਆਂ ਦੇ ਵਿੱਚ ਪੰਜ ਪੰਗਤੀਆਂ ਹੀ ਹਨ। ਸੰਗਤ ਜੀ, ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਾਨੜੇ ਦੀ ਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਕੀਤਾ ਸੀ, ਤਾਂ ਉਸ ਵੇਲੇ ਗੁਰੂ ਜੀ ਨੇ ਕਾਨੜੇ ਦੀ ਵਾਰ ਦੇ ਸ਼ੁਰੂ ਵਿੱਚ ਸਿਰਫ ਇੰਨਾ ਹੀ ਲਿਖਿਆ ਸੀ ਕਿ ਕਾਨੜੇ ਕੀ ਵਾਰ ਮਹੱਲਾ ਚੌਥਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਦੇ ਨਾਲ ਭਾਈ ਗੁਰਦਾਸ ਜੀ ਪਾਸੋਂ ਲਿਖਵਾ ਦਿੱਤਾ, ਮੂਸੇ ਕੀ ਵਾਰ ਕੀ ਧੁਨੀ। ਸੋ ਇਸ ਤਰ੍ਹਾਂ ਫਿਰ ਆਪਾਂ ਪੜ੍ਹਨ ਲੱਗ ਗਏ ਕਿ ਕਾਨੜੇ ਕੀ ਵਾਰ ਮਹੱਲਾ ਚੌਥਾ, ਮੂਸੇ ਕੀ ਵਾਰ ਕੀ ਧੁਨੀ। ਸੋ ਸੰਗਤ ਜੀ, ਇਸ ਤਰ੍ਹਾਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 9 ਪੰਗਤੀਆਂ ਦਰਜ ਹੋ ਗਈਆਂ। ਜਿਵੇਂ ਕਿ ਮਾਝ ਰਾਗ ਦੇ ਅੰਗ 137 ਉੱਤੇ ਰਾਗ ਮਾਝ ਦੀ ਵਾਰ ਵਿੱਚ ਮਲਕ ਮਰੀਦ ਤਥਾ ਚੰਦਰਹਾੜਾ ਸੋਹੀਆ ਕੀ ਧੁਨੀ ਲਿਖਿਆ। ਫਿਰ ਗੌੜੀ ਰਾਗ ਦੇ ਅੰਗ 318 ਵਿੱਚ ਗੌੜੀ ਰਾਗ ਦੀ ਪਹਿਲੀ ਵਾਰ ਵਿੱਚ ਰਾਏ ਕਮਾਲ ਦੀ ਮੋਜਦੀ ਕੀ ਧੁਨੀ
ਧੁਨ ਲਿਖਿਆ। ਫਿਰ ਆਸਾ ਰਾਗ ਦੇ ਅੰਗ 462 ਉੱਤੇ ਆਸਾ ਦੀ ਵਾਰ ਵਿੱਚ ਟੁੰਡੇ ਅਸਰਾਜਾ ਕੀ ਧੁਨੀ ਲਿਖਿਆ। ਫਿਰ ਗੁਜਰੀ ਰਾਗ ਦੇ ਅੰਗ 508 ਉੱਤੇ ਗੁਜਰੀ ਦੀ ਵਾਰ ਵਿੱਚ ਸਿਕੰਦਰ ਇਬਰਾਹਿਮ ਕੀ ਵਾਰ ਕੀ ਧੁਨੀ ਲਿਖਿਆ। ਅੱਗੇ ਰਾਗ ਵਡਹੰਸ ਦੇ ਅੰਗ 585 ਦੇ ਉੱਤੇ ਵਡਹੰਸ ਦੀ ਵਾਰ ਵਿੱਚ ਲੱਲਾ ਬਹਿਲੀਮਾ ਕੀ ਧੁਨ ਲਿਖਿਆ। ਫਿਰ ਰਾਮਕਲੀ ਰਾਗ ਦੇ ਅੰਗ 947 ਉੱਤੇ ਰਾਮਕਲੀ ਕੀ ਵਾਰ ਵਿੱਚ ਜੋਧਾ ਵੀਰੈ ਪੁਰਬਾਣੀ ਕੀ ਧੁਨੀ ਲਿਖਿਆ। ਫਿਰ ਅੱਗੇ ਸਾਰੰਗ ਰਾਗ ਦੇ ਅੰਗ 1237 ਉੱਤੇ ਸਾਰੰਗ ਦੀ ਵਾਰ ਵਿੱਚ ਰਾਏ ਮਹਿਮੇ ਹਸਨੇ ਕੀ ਧੁਨ ਲਿਖਿਆ। ਫਿਰ ਅੱਗੇ ਮਲਾਰ ਰਾਗ ਦੇ ਅੰਗ 1278 ਉੱਤੇ ਮਲਾਰ ਦੀ ਵਾਰ ਵਿੱਚ ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨ ਲਿਖਿਆ। ਫਿਰ ਅੱਗੇ ਕਾਨੜਾ ਰਾਗ ਦੇ ਅੰਗ 1312 ਉੱਤੇ ਕਾਨੜੇ ਦੀ ਵਾਰ ਵਿੱਚ ਮੂਸੇ ਕੀ ਵਾਰ ਕੀ ਧੁਨੀ ਲਿਖਿਆ। ਸੋ ਸੰਗਤ ਜੀ, ਇਸ ਤਰ੍ਹਾਂ ਨਾਲ ਛੇਵੇਂ ਪਾਤਸ਼ਾਹ ਜੀ ਦੀਆਂ 9 ਪੰਗਤੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਛੇਵੇਂ ਪਾਤਸ਼ਾਹ ਜੀ ਦੀਆਂ 9 ਪੰਗਤੀਆਂ ਇਹ ਹਨ। ਪਹਿਲੀ, ਮਲਕ ਮੁਰੀਦ ਤਥਾ ਚੰਦਰਾਹੜਾ ਸੋਹੀਆ ਕੀ ਧੁਨੀ। ਫਿਰ ਰਾਏ ਕਮਾਲ ਦੀ ਮੋਜਦੀ ਕੀ ਵਾਰ ਕੀ ਧੁਨੀ। ਫਿਰ ਟੁੰਡੇ ਅਸਰਾਜਾ ਕੀ ਧੁਨੀ। ਫਿਰ ਸਿਕੰਦਰ ਇਬਰਾਹਿਮ ਕੀ ਵਾਰ ਕੀ ਧੁਨੀ। ਫਿਰ ਲੱਲਾ ਬਹਿਲੀਮਾ ਕੀ ਧੁਨ। ਫਿਰ ਜੋਧਾ ਵੀਰੈ ਪੁਰਬਾਣੀ ਕੀ ਧੁਨੀ। ਫਿਰ ਰਾਏ ਮਹਿਮੇ ਕੀ ਧੁਨੀ। ਫਿਰ ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨ। ਫਿਰ ਮੂਸੇ ਕੀ ਵਾਰ ਕੀ ਧੁਨੀ। ਇਸ ਤਰ੍ਹਾਂ ਦੇ ਨਾਲ ਗੁਰੂ ਛੇਵੇਂ ਪਾਤਸ਼ਾਹ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ ਅਤੇ ਛੇਵੇਂ ਪਾਤਸ਼ਾਹ ਜੀ ਦੀਆਂ 9 ਪੰਗਤੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਹਨ। ਸੋ ਸੰਗਤ ਜੀ, ਇਸ ਤਰ੍ਹਾਂ ਸੰਪਰਦਾਇ ਵਿਦਵਾਨਾਂ ਪੁਰਸ਼ਾਂ ਦੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਛੇਵੇਂ ਪਾਤਸ਼ਾਹ ਜੀ ਦੀਆਂ 9 ਪੰਗਤੀਆਂ ਮੰਨੀਆਂ ਜਾਂਦੀਆਂ। ਸੋ ਸੰਗਤ ਜੀ, ਇੱਥੇ ਇਹ ਆਪਣਾ ਜੋ ਚੈਪਟਰ ਸੀ 9 ਧੁਨਾਂ ਦਾ, 22 ਵਾਰਾਂ ਵਿੱਚੋਂ 9 ਧੁਨਾਂ ਦਾ ਜੋ ਆਪਣਾ ਚੈਪਟਰ ਚੱਲ ਰਿਹਾ ਸੀ, ਅੱਜ ਆਪਾਂ 9ਵਾਂ ਤੇ ਆਖਰੀ ਚੈਪਟਰ ਸੁਣਿਆ। ਇਸ ਤੋਂ ਅੱਗੇ ਆਪਾਂ ਆਪਣੇ ਚੈਨਲ ਗੁਰੂ ਨਾਨਕ ਬਾਣੀ ਪਾਤਸ਼ਾਹ ਦੇ ਉੱਤੇ ਕੋਈ ਨਵੇਂ ਵਿਚਾਰ ਆਪ ਜੀ ਦੇ ਸਾਹਮਣੇ ਰੱਖਾਂਗੇ, ਜਿਹਨੂੰ ਉਮੀਦ ਹੈ ਕਿ ਜਿਸ ਨੂੰ ਸੁਣ ਕੇ ਤੁਹਾਡੇ ਗਿਆਨ ਦੇ ਵਿੱਚ ਵਾਧਾ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।